तू ही 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 ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਦਾਸ ਗੁਰਦਿਆਲ ਸਿੰਘ ਪੈਰਿਸ ਦੇ ਸਟੂਡੀਓ ਵਿੱਚ ਆਪ ਜੀ ਲਈ ਹਾਜ਼ਰ ਹੈ ਤੇ ਆਪ ਜੀ ਤੂੰ ਹੀ ਤੂੰ ਦੇ ਪ੍ਰੋਗਰਾਮ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸੁਣਦੇ ਹੋ ਤੇ ਕਈ ਸਾਡੀਆਂ ਗਲਤੀਆਂ ਅਣਗੌਲੀਆਂ ਕਰਕੇ ਫਿਰ ਵੀ ਪਿਆਰ ਦਿੰਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਸਾਡੇ ਨਾਲ ਪਰਮਜੀਤ ਸਿੰਘ ਜੀ ਖਾਲਸਾ ਇੰਡੀਆ ਤੋਂ ਸਪੈਸ਼ਲ ਤੌਰ ਤੇ ਯੂਰਪ ਦੇ ਦੌਰੇ ਤੇ ਆਏ ਹਨ ਤੇ ਆਪ ਜੀ ਉੱਥੇ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਉੱਥੇ ਕਰਦੇ ਹਨ ਤੇ ਬੱਚਿਆਂ ਦੇ ਕੈਂਪ ਵੀ ਲਾਉਂਦੇ ਹਨ ਤੇ ਹੋਰ ਕਈ ਸੰਸਥਾਵਾਂ ਦੇ ਨਾਲ ਮਿਲ ਕੇ ਇਹ ਆਪਣਾ ਯੋਗਦਾਨ ਪਾਉਂਦੇ ਹਨ ਤੇ ਸਾਨੂੰ ਖੁਸ਼ੀ ਹੋਈ ਹੈ ਕਿ ਅੱਜ ਇਹ ਸਾਡੇ ਸਟੂਡੀਓ ਦੇ ਵਿੱਚ ਇੱਥੇ ਪੈਰਿਸ ਵਿਖੇ ਆਏ ਹਨ। ਅਸੀਂ ਉਹਨਾਂ ਨੂੰ ਇੱਥੇ ਆਇਆਂ ਨੂੰ ਜੀ ਆਇਆਂ ਆਖਾਂਗੇ ਔਰ ਜੀਆਂ ਦੇ ਨਾਲ ਆ ਕੇ ਤੇ ਅਸੀਂ ਨਾਲ ਹੀ ਅੱਜ ਦਾ ਜਿਹੜਾ ਤੂੰ ਹੀ ਤੂੰ ਦਾ ਪ੍ਰੋਗਰਾਮ ਹੈ ਉਹ ਵੀ ਸ਼ੁਰੂ ਕਰਾਂਗੇ ਕਿਉਂਕਿ ਇਹੋ ਜਿਹੇ ਮਹਾਂਪੁਰਸ਼ ਜਾਂ ਗਿਆਨੀ ਵਿਦਵਾਨ ਸੱਜਣ ਜਿਹੜਾ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਨ ਵਾਸਤੇ ਬਹੁਤ ਸਾਰਾ ਇਤਿਹਾਸ ਪੜ੍ਹਿਆ ਤੇ ਵਾਚਿਆ ਹੁੰਦਾ ਹੈ ਜਿਸ ਤੋਂ ਆਪਾਂ ਗਿਆਨ ਲੈ ਕੇ ਕੋਈ ਨਾ ਕੋਈ ਐਸੀ ਚੀਜ਼ ਲੱਭ ਸਕਦੇ ਹਾਂ, ਗਿਆਨ ਪ੍ਰਾਪਤ ਕਰ ਸਕਦੇ ਹਾਂ ਜਿਹੜੇ ਬਾਰੇ ਅਸੀਂ ਹਜੇ ਪੜ੍ਹਿਆ ਨਹੀਂ ਹੁੰਦਾ ਜਾਂ ਸੁਣਿਆ ਨਹੀਂ ਹੁੰਦਾ ਕਿਉਂਕਿ ਗੁਰਬਾਣੀ ਜਿਹੜੀ ਆ ਅਸਲ ਵਿੱਚ ਪੜ੍ਹਨ ਸੁਣਨ ਤੇ ਮੰਨਣ ਦਾ ਵਿਸ਼ਾ ਆ ਪਰ ਅਸੀਂ ਉਸ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਟੇਕਣ ਤੱਕ ਹੀ ਸੀਮਿਤ ਰਹਿਣ ਦਿੱਤਾ। ਜੇ ਅਰਦਾਸ ਕਰਨੀ ਹੋਏ ਗ੍ਰੰਥੀ ਸਿੰਘ ਜੀ ਨੂੰ ਕਹਿੰਦਾ ਅਰਦਾਸ ਕਰ ਦਿਓ, ਪਾਠ ਕਰਨਾ ਗ੍ਰੰਥੀ ਸਿੰਘ ਜੀ ਨੇ ਪਾਠ ਕਰ ਦੇਣਾ ਤੇ ਅਸੀਂ ਆਪਣੇ ਆਪ ਬਹਿ ਕੇ ਸੁਣ ਲੈਣਾ ਤੇ ਸੁਣਦਿਆਂ ਵੀ ਸਾਡੀ ਬਿਰਤੀ ਜਿਹੜੀ ਆਮ ਤੌਰ ਤੇ ਉਖੜੀ ਰਹਿੰਦੀ ਆ, ਆਮ ਤੌਰ ਤੇ ਬਿਰਤੀ ਇਕੱਠੀ ਨਹੀਂ ਹੁੰਦੀ ਕਿਉਂਕਿ ਸੁਣਨ ਵਿੱਚ ਬੜੀ ਮਹਾਨਤਾ ਹੈ। ਜੇ ਸੁਣਾਂਗੇ ਤਾਂ ਫੇਰ ਹੀ ਮੰਨਣ ਦੀ ਗੱਲ ਆਉਂਦੀ ਆ। ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਨੇ ਦੱਸਿਆ ਹੈ ਪਰ ਸੁਣਨਾ ਵੀ ਇੱਕ ਬਹੁਤ ਔਖਾ ਵਿਸ਼ਾ ਹੈ। ਹਜੇ ਬੋਲਣਾ ਜਿਹੜਾ ਆ ਉਹ ਉਦੋਂ ਸੌਖਾ ਪਰ ਜਿਹੜਾ ਸੁਣਨਾ ਹੈ ਉਦੋਂ ਵੀ ਜ਼ਿਆਦਾ ਔਖਾ ਵਿਸ਼ਾ ਹੈ ਕਿਉਂਕਿ ਸੁਣਨ ਵਾਸਤੇ ਜਿਹੜੀਆਂ ਬਾਕੀ ਸਾਡੀਆਂ ਬਿਰਤੀਆਂ ਆ ਉਹਨਾਂ ਨੂੰ ਇਕਾਗਰ ਕਰਨਾ ਪੈਂਦਾ ਤੇ ਬਿਰਤੀਆਂ ਜਿਹੜਾ ਸਾਡਾ ਮਨ ਆ ਉਹ ਸਾਨੂੰ ਕਿਸੇ ਹਾਲਤ ਵਿੱਚ ਵੀ ਜਿਹੜੀ ਗੁਰਮਤਿ ਦੀ ਗੱਲ ਆ, ਗੁਰੂ ਦੀ ਗੱਲ ਆ, ਰੱਬ ਨੂੰ ਮਿਲਣ ਦੀ ਗੱਲ ਆ, ਉੱਥੇ ਬਹੁਤ ਸਾਰੀਆਂ ਅੜਚਣਾਂ ਜਿਹੜਾ ਸਾਡਾ ਮਨ ਆ ਉਹ ਖੜੀਆਂ ਕਰਦਾ ਆ ਕਿਉਂਕਿ ਮਨ ਨੂੰ ਆਪ ਜੀ ਨੂੰ ਪਤਾ ਹੈ ਕਈ ਤਰ੍ਹਾਂ ਦੇ ਨਾਂ ਦਿੱਤੇ ਗਏ ਹਨ ਤੇ ਸਾਡੇ ਵਿੱਚ ਉਹ ਵੀ ਬੈਠੇ ਹਨ ਕਾਮ, ਕ੍ਰੋਧ, ਲੋਭ, ਹੰਕਾਰ, ਉਹਨਾਂ ਦਾ ਵੀ ਆਪੋ ਆਪਣਾ ਕਰਮ ਹੈ ਪਰ ਜਦ ਤੱਕ ਅਸੀਂ ਉਹਨੂੰ ਵੱਸ ਵਿੱਚ ਨਹੀਂ ਕਰ ਲੈਂਦੇ, ਸਾਡੇ ਵੱਸ ਵਿੱਚ ਨਹੀਂ ਆ ਜਾਂਦੇ ਉਦੋਂ ਤੱਕ ਇਹ ਜਿਹੜੀਆਂ ਬਿਰਤੀਆਂ ਸਾਡੀ ਉਹਨੂੰ ਉਖਾੜਨ ਵਾਸਤੇ ਉਹ ਹੀ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ। ਤੇ ਅੱਜ ਆਪਾਂ ਭਾਈ ਪਰਮਜੀਤ ਸਿੰਘ ਜੀ ਖਾਲਸਾ ਤੋਂ ਇਸ ਦੇ ਬਾਰੇ ਬਹੁਤ ਸਾਰੇ ਵਿਚਾਰ ਆਪਾਂ ਇਹਨਾਂ ਨੇ ਸਾਂਝੇ ਕਰਨੇ ਹਨ, ਬਹੁਤ ਸਾਰੀ ਗੱਲਾਂ ਇਹਨਾਂ ਸਾਂਝੀਆਂ ਕਰਨੀਆਂ ਹਨ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਜੋ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਦੇ ਉੱਤੇ ਆ ਕੇ ਸਭ ਤੋਂ ਪਹਿਲਾਂ ਇਹ ਇੱਕ ਇਨਕਲਾਬੀ ਗੱਲ ਕੀਤੀ, ਜਿਹੜਾ ਇੱਕ ਇਨਕਲਾਬੀ ਮੋੜ ਦਿੱਤਾ ਇਸ ਸ੍ਰਿਸ਼ਟੀ ਵਿੱਚ, ਇਸ ਧਰਤੀ ਦੇ ਉੱਤੇ ਜਿਹੜੇ ਵੀ ਧਰਮ ਚੱਲਦੇ ਸੀ, ਜਿਹੜੀਆਂ ਵਿਧੀਆਂ ਚੱਲਦੀਆਂ ਸੀ, ਉਹਨਾਂ ਵਿੱਚ ਜਿੰਨੀਆਂ ਵੀ ਊਣਤ ਆਈਆਂ ਸੀਗੀਆਂ ਉਹਨਾਂ ਸਾਰੀਆਂ ਨੂੰ ਇੱਕ ਪਾਸੇ ਰੱਖ ਕੇ ਇਕੱਠੀਆਂ ਕਰਕੇ ਜਿਸ ਸ਼ਬਦ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋੜਿਆ ਆਪਾਂ ਉਸ ਬਾਰੇ ਭਾਈ ਸਾਹਿਬ ਦੇ ਨਾਲ ਵਿਚਾਰਾਂ ਕਰਾਂਗੇ ਤੇ ਉਹ ਸ਼ਬਦ ਜਿਹੜਾ ਹੈ ਉਹਦੇ ਹੋਰ ਕੋਈ ਵੀ ਅਰਥ ਨਹੀਂ ਹੋ ਸਕਦੇ ਜੋ ਹੈ ਇੱਕ ਕਿਹਾ ਤੇ ਉਹਦਾ ਅਰਥ ਜਿੰਨੇ ਮਰਜ਼ੀ ਕਰ ਲਓ ਇੱਕ ਦਾ ਇੱਕ ਹੀ ਰਹਿਣਾ ਤੇ ਨਾਲ ਜਿਹੜਾ ਓਂਕਾਰ ਸ਼ਬਦ ਲਾ ਕੇ ਇੱਕ ਓਂਕਾਰ ਦਾ ਸ਼ਬਦ ਜੋ ਗੁਰੂ ਨਾਨਕ ਦੇਵ ਜੀ ਨੇ ਸਾਡੀ ਮਨੁੱਖਤਾ ਦੇ ਭਲੇ ਵਾਸਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਜਿਹੜਾ ਇਹ ਸ਼ਬਦ ਸਾਨੂੰ ਦਿੱਤਾ ਹੈ ਉਹਦੇ ਵਾਸਤੇ ਭਾਈ ਸਾਹਿਬ ਜੀ ਨਾਲ ਵਿਚਾਰਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਉਂਦੇ ਹਾਂ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਆਪ ਸਮਾਂ ਕੱਢ ਕੇ ਸਾਡੇ ਇੱਥੇ ਸਟੂਡੀਓ ਦੇ ਵਿੱਚ ਆਏ ਹੋ ਤੇ ਜਿਹੜੇ ਸਾਡੇ ਸਰੋਤੇ ਹਨ ਇਸ ਵੇਲੇ ਆਪ ਜੀ ਦਾ ਪ੍ਰੋਗਰਾਮ ਦੇਖ ਰਹੇ ਹਨ। ਵੈਸੇ ਆਪ ਜੀ ਪਹਿਲਾਂ ਵੀ ਕਾਫੀ ਪ੍ਰੋਗਰਾਮ ਦਿੰਦੇ ਹੋ ਚੈਨਲਾਂ ਦੇ ਉੱਤੇ ਜੋ ਇੰਡੀਆ ਤੋਂ ਇਤਿਹਾਸਕ ਗੁਰਦੁਆਰੇ ਸਾਹਿਬਾਨ ਹਨ ਉਹਨਾਂ ਦੇ ਪ੍ਰੋਗਰਾਮ ਤਿਆਰ ਕਰਕੇ ਦਿੰਦੇ ਹੋ ਪਰ ਅੱਜ ਸਾਡੇ ਜੋ ਸਟੂਡੀਓ ਦੇ ਵਿੱਚ ਤੁਸੀਂ ਇੱਥੇ ਆਏ ਹੋ ਉਸ ਦੇ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ
ਆਪ ਜੀ ਨਾਲ ਜਿਸ ਤਰੀਕੇ ਨਾਲ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਤੁਸੀਂ ਜੋ ਗੁਰੂ ਨਾਨਕ ਦੇਵ ਜੀ ਨੇ ਇਨਕਲਾਬੀ ਮਾਰਿਆ ਸਿੱਕਾ ਇਸ ਜਗਤ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਐਸਾ ਨਿਰਵਣ ਪੰਥ ਚਲਾਇਆ, ਤੇ ਉਹ ਪੰਥ ਜਿਹੜਾ ਆ ਚਲਾਇਆ ਤਾਂ ਅਸੀਂ ਕਹਿ ਦੇਣਾ, ਪਰ ਕਿਹੜੇ ਤਰੀਕੇ ਨਾਲ ਚਲਾਇਆ ਤੋਂ ਕਿਹੜੇ ਤਰੀਕੇ ਨਾਲ ਐਡਾ ਵੱਡਾ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਕੋਸ਼ਿਸ਼ ਹੀ ਨਹੀਂ ਕੀਤੀ, ਲਿਆ ਕੇ ਦਿਖਾ ਵੀ ਦਿੱਤਾ। ਭਾਵੇਂ 200-250 ਸਾਲ ਦਾ ਸਮਾਂ ਲੱਗਾ, ਪਰ ਉਹ ਲਿਆ ਕੇ ਦਿਖਾ ਲਿਆ ਗੁਰੂ ਨਾਨਕ ਦੇਵ ਜੀ ਨੇ। ਉਹਦੇ ਵਾਸਤੇ ਇੱਕ ਓਂਕਾਰ ਦਾ ਜਿਹੜਾ ਸ਼ਬਦ ਹੈ ਉਹਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ, ਤਾਂ ਕਿ ਜਿਹੜੀ ਸਾਰੀ ਸੰਗਤ ਹੈ ਅੱਜ ਅਸੀਂ ਇੱਕ ਨਾਲੋਂ ਟੁੱਟ ਕੇ ਸਾਰੇ ਦੁੱਖ ਜਿਹੜੇ ਆ ਉਹ ਆਉਂਦੇ ਸਾਨੂੰ, ਤੇ ਕਿਹੜੇ ਤਰੀਕੇ ਨਾਲ ਅਸੀਂ ਮੁੜ ਕੇ ਦੁਬਾਰਾ ਫਿਰ ਉਸ ਜਿਹੜਾ ਏਕਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਉਣੀ ਚਾਹੀ ਗੱਲ, ਉਧਰ ਨੂੰ ਤੁਰ ਸਕਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਂ ਭਾਈ ਸਾਹਿਬ ਉਹਨਾਂ ਦੇ ਵਿਚਾਰ ਸੁਣ ਰਿਹਾ ਸੀ। ਗੱਲ ਏਕੇ ਦੀ ਚੱਲੀ ਆ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਫਰਮਾਨ ਕੀਤਾ, ਗੁਰ ਮਿਲਿਆ ਇੱਕ ਪ੍ਰਗਟ ਹੋਏ। ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਮਿਲ ਜਾਈਏ ਤਾਂ ਫਿਰ ਇੱਕ ਪ੍ਰਗਟ ਹੁੰਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੀ ਇਕੱਲੀ ਨਹੀਂ, ਧਰਮ ਦੀ ਸ਼ੁਰੂਆਤ ਹੀ ਇੱਕ ਤੋਂ ਕੀਤੀ ਹੈ। ਜਦੋਂ ਪਹਿਲੀ ਵਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਕੂਲ ਦੇ ਵਿੱਚ ਪੜ੍ਹਨ ਭੇਜਿਆ, ਤੇ ਪਾਂਧੇ ਨੇ ਮਹਾਰਾਜ ਜੀ ਨੂੰ ਪੜ੍ਹਨ ਦੇ ਲਈ, ਫੱਟੀ ਲਿਖਣ ਦੇ ਲਈ ਆਖਿਆ, ਤਾਂ ਮਹਾਰਾਜ ਜੀ ਨੇ ਉੱਥੇ ਸ਼ਬਦ ਲਿਖੇ ਸਨ, ਸੱਸੇ ਸੋਏ ਸ੍ਰਿਸ਼ਟ ਜਨ ਸਾਜੀ, ਸਭਨਾ ਸਾਹਿਬ ਏਕ ਭਇਆ। ਕਹਿੰਦੇ ਸਾਰਿਆਂ ਦਾ ਸਾਹਿਬ ਇੱਕ ਆ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਗੁਰਬਾਣੀ ਉਚਾਰਨ ਕੀਤੀ ਨਾ, ਗੁਰਬਾਣੀ ਦੀ ਸ਼ੁਰੂਆਤ ਇੱਕ ਤੋਂ ਕੀਤੀ। ਉੱਥੇ ਇੱਕ ਜਿਹੜਾ ਨਾ ਉਹ ਪੰਜਾਬੀ ਅੱਖਰਾਂ ਦੇ ਵਿੱਚ ਨਹੀਂ ਲਿਖਿਆ, ਉੱਥੇ ਇੱਕ ਹਿਸਾਬ ਦੇ ਅੱਖਰਾਂ ਦੇ ਨਾਲ ਲਿਖਿਆ, ਏਕਾ ਪਾਇਆ। ਮੈਂ ਜਦੋਂ ਉਹ ਪੜ੍ਹਦਾ ਆ, ਇੱਕ ਓੰਕਾਰ, ਇਹ ਸ਼ਬਦ ਨੂੰ ਸਾਨੂੰ ਸਿਖਾਇਆ ਜਾਂਦਾ ਵੀ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਅਰਥ ਕਰਨ ਦੇ ਲਈ ਕੋਈ ਵੀ ਸ਼ਬਦ ਹੋਵੇ ਨਾ, ਜੀ ਉਹਨੂੰ 3 ਭਾਗਾਂ ਦੇ ਵਿੱਚ, ਜਾਂ ਉਹਨੂੰ ਪਦਛੇਦ ਕਰ ਲਈ ਤਾਂ 2 ਭਾਗਾਂ 'ਚ ਵੰਡੀਦਾ। ਪਰ ਇੱਕ ਓੰਕਾਰ ਜਿਹੜਾ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਜਿਹੜਾ ਪਹਿਲਾ ਆ ਉਹਨੂੰ ਆਪਾਂ ਲਿਖਿਆ ਬੇਸ਼ੱਕ ਏਕਾ ਆ, ਪੜ੍ਹਦੇ ਅਸੀਂ ਇੱਕ ਆ, ਏਕਾ ਨਹੀਂ ਪੜ੍ਹਦੇ। ਤੇ ਮੈਂ ਸੋਚਦਾ ਵੀ ਜੇ ਕਿਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਕੀ ਗੁਰਬਾਣੀ 35 ਅੱਖਰਾਂ ਦੇ ਵਿੱਚੋਂ, ਵਰਣਮਾਲਾ ਦੇ ਵਿੱਚੋਂ ਲਿਖਣੀ ਸੀ, ਵੀ ਉੱਥੇ ਏਕਾ ਕਿਉਂ ਲਾਇਆ? ਉੱਥੇ ਵੀ ਇੱਕ ਲਿਖਦੇ, ਹਾਂਜੀ। ਪਰ ਜਦੋਂ ਉਹ ਇੱਕ ਲਿਖਦੇ ਸੀ ਤੇ ਉਹ ਅੱਖਰ 3 ਬਣ ਜਾਂਦੇ ਸੀ, ਉਹ ਇੱਕ ਨਹੀਂ ਸੀ ਰਹਿੰਦਾ। ਇੱਕ ਲਗ ਮਾਤਰ ਹੋ ਗਈ, ਈੜੀ ਤੇ ਕੱਕਾ, 3 ਅੱਖਰ। ਮਹਾਰਾਜ ਨੇ ਕਿਹਾ ਕਿਸੇ ਦੇ ਮਨ 'ਚ ਭੁਲੇਖਾ ਨਾ ਰਹੇ। ਦੂਜੀ ਗੱਲ ਆ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਓੰਕਾਰ ਲਿਖਿਆ ਨਾ, 3 ਭਾਗਾਂ ਜਦੋਂ ਵੰਡਦੇ ਅਸੀਂ, ਉਹ ਤਿੰਨੇ ਹੀ ਭਾਗਾਂ ਦੇ ਵਿੱਚ ਵੰਡ ਕੇ ਤਿੰਨੇ ਅਲੱਗ-ਅਲੱਗ ਵਿਸ਼ੇ ਬਣ ਜਾਂਦੇ ਆ। ਏਕਾ ਲਿਆ ਹਿਸਾਬ ਦੇ ਵਿੱਚੋਂ, ਊੜਾ ਲਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 35 ਵਰਣਮਾਲਾ ਦੇ ਵਿੱਚੋਂ, ਤੇ ਜਿਹੜਾ ਉੱਤੇ ਕਾਰ ਵਿਆਹ ਹੋਇਆ ਨਾ, ਜਿਹੜਾ ਨਾਲ ਇੱਕ ਲਾਈਨ ਹੁੰਦੀ ਉੱਪਰ ਨੂੰ, ਉਹਨੂੰ ਕਹਿੰਦੇ ਆਪਾਂ ਕਾਰ। ਊੜੇ ਨੂੰ ਕਹਿੰਦੇ ਓੰਕਾਰ। ਤੇ ਉਹ ਤਿੰਨੇ ਜਿਹੜੀ ਕਾਰ ਆ, ਤੇ ਆਪਾਂ ਉਹਨੂੰ ਇੱਕ ਪਾਸੇ ਦੂਜੇ ਪਾਸੇ ਲੈ ਲੈਨੇ ਆ। ਜਿੱਦਾਂ ਕਲਾਕਾਰ ਕੋਈ ਕਲਾਕ੍ਰਿਤੀ ਕਰਦਾ ਨਾ, ਬਈ ਕੋਈ ਆਰਟਿਸਟ ਕੋਈ ਤਸਵੀਰ ਬਣਾ ਰਿਹਾ, ਤਾਂ ਤਿੰਨੇ ਹੀ ਅੱਖਰ ਜਦੋਂ ਅਲੱਗ-ਅਲੱਗ ਲੈਨੇ ਆ ਨਾ ਜੀ, ਤਿੰਨੇ ਹੀ ਅੱਖਰ ਹਰੇਕ ਵਰਣਮਾਲਾ ਜਾਂ ਹਿਸਾਬ ਦੇ ਜਾਂ ਕਿਸੇ ਵੀ ਸਬਜੈਕਟ ਦੇ ਪਹਿਲੇ ਅੱਖਰ ਆ। ਅੱਛਾ ਜੀ। ਏਕਾ ਗਣਿਤ ਦਾ ਪਹਿਲਾ ਅੱਖਰ ਆ, ਹਿਸਾਬ ਦਾ। ਊੜਾ ਵਰਣਮਾਲਾ ਦਾ ਪਹਿਲਾ ਅੱਖਰ ਆ। ਤੇ ਜਿਹੜੀ ਅਸੀਂ ਲਾਈਨ ਮਾਰਦੇ ਆ, ਉਹ ਆਰਟਿਸਟ ਦੀ ਪਹਿਲੀ ਲਾਈਨ ਆ। ਜਦੋਂ ਕੋਈ ਆਰਟਿਸਟ ਕਿਸੇ ਮੂਰਤ ਨੂੰ ਬਣਾਉਂਦਾ ਨਾ, ਮੇਰੇ ਸੋਚਣ ਮੁਤਾਬਕ, ਜਦੋਂ ਕੋਈ ਮੂਰਤ ਬਣਾਉਂਦਾ ਤੇ ਪਹਿਲਾਂ ਇੱਕ ਲਾਈਨ ਹੀ ਮਾਰਦਾ। ਬੰਦੇ ਦੀ ਉਹਨੇ ਤਸਵੀਰ ਬਣਾਉਣੀ ਹੋਵੇ ਤਾਂ ਪਹਿਲਾਂ ਇੱਕ ਲਾਈਨ ਮਾਰਦਾ। ਤਿੰਨੇ ਹੀ ਮਹਾਰਾਜ ਜੀ ਨੇ ਦੇਖੋ ਕਿੰਨੀ ਬਖਸ਼ਿਸ਼ ਕੀਤੀ, ਪਹਿਲਾ ਹੀ ਲਿਆ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਜਿਹੜਾ ਲਿਖਿਆ ਨਾ ਮਹਾਰਾਜ ਨੇ, ਉਹ ਲਿਖਿਆ ਇਸ ਕਰਕੇ ਵੀ ਉਹ ਪ੍ਰਮਾਤਮਾ ਇੱਕ ਆ, ਜਿਹਦੇ ਬਾਰੇ ਆਪਾਂ ਜਪਜੀ ਸਾਹਿਬ ਜੀ ਪੜ੍ਹਦੇ ਆ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਵੀ ਇਸ ਸੰਸਾਰ ਦੇ ਵਿੱਚ ਇੱਕੋ ਹੀ ਦਾਤਾ ਦੇਣ ਵਾਲਾ। ਫਿਰ ਦੇਖੋ ਇਹਦੇ ਚ ਫਰਕ ਕਿੰਨਾ ਹੈ। ਜਦੋਂ ਆਪਾਂ ਸ਼੍ਰੀ ਰਾਗ ਸ਼ੁਰੂ ਕਰਦੇ ਨਾ, ਰਾਗ ਸ਼੍ਰੀ ਰਾਗ, ਤੇ ਉਦੋਂ ਜਦੋਂ ਸ਼ੁਰੂਆਤ ਹੁੰਦੀ ਹੈ ਨਾ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਬਈ ਸ਼੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਦੇ ਨਾਲ ਫਿਰ ਪੰਜਾਬੀ ਚ ਲਿਖਦਾ ਪੱਪਾ ਹਾਹੇ ਨੂੰ ਸਿਹਾਰੀ, ਹਾਹਾ ਲੱਲੇ ਨੂੰ ਕੰਨਾ, ਪਹਿਲਾ। ਪਾਪਾ ਪੜ੍ਹਦੇ ਇੱਕੋ ਹੀ ਆ। ਏਕੇ ਨੂੰ ਮਹਾਰਾਜ ਨੇ ਕਹਿਤਾ ਵੀ ਇੱਥੇ ਜਿਹੜਾ ਉੱਥੇ ਇੱਕ ਪੜ੍ਹਨਾ ਸੀ, ਇੱਥੇ ਪਹਿਲਾ ਪੜ੍ਹਨਾ ਆ। ਉਹ ਇੱਕ ਤੇ ਇਹਦੇ ਵਿੱਚ ਫਰਕ ਆ, ਕਿਉਂਕਿ ਇਹ ਗੁਰੂ ਨਾਨਕ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, ਪਹਿਲੇ ਪਾਤਸ਼ਾਹ ਜੀ ਨੇ।
ਉਹ ਇੱਕ ਜਿਹੜਾ ਪ੍ਰਮਾਤਮਾ ਉੱਪਰ ਆ। ਹੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਕੇ ਦੀ ਇੰਨੀ ਮਤਲਬ ਮਹਾਨਤਾ ਦਿੱਤੀ ਆ ਉਸ ਪ੍ਰਮਾਤਮਾ ਦੀ, ਅਕਾਲ ਪੁਰਖ ਪ੍ਰਮਾਤਮਾ ਦੀ। ਉਹ ਕਹਿੰਦੇ ਉਹਦੇ ਵਰਗਾ ਹੋਰ ਕੋਈ ਹੋ ਨਹੀਂ ਸਕਦਾ। ਮੈਂ ਇੱਥੇ 1 ਮਿੰਟ ਵਾਸਤੇ, ਕਿਉਂਕਿ ਜੋ ਭਾਈ ਸਾਹਿਬ ਨੇ ਆ ਥੋੜਾ ਜਿਹਾ ਡਿਫਰੈਂਸ, ਹਾਲਾਂਕਿ ਪਹਿਲੇ ਦਾ ਮਤਲਬ ਵੀ ਇੱਕੋ ਹੀ ਆ, ਹਾਂਜੀ ਤੇ ਜੇ ਆਪਾਂ ਪੰਜਾਬੀ ਵਿੱਚ ਇੱਕ ਲਿਖ ਦਈਏ ਤਾਂ ਉਹਦਾ ਮਤਲਬ ਵੀ ਇੱਕੋ ਹੀ ਆ। ਹਾਂਜੀ ਪਰ ਗੁਰੂ ਨਾਨਕ ਦੇਵ ਜੀ ਨੇ ਇਸ ਚੀਜ਼ ਨੂੰ ਵੱਖਰਾ ਕਿੱਦਾਂ ਕੀਤਾ ਵੀ ਉਹਨਾਂ ਨੇ ਇੱਕ ਲਿਖ ਕੇ ਨਹੀਂ ਕੀਤਾ, ਉਹਨਾਂ ਨੇ ਇੱਕ ਅੱਖਰ ਬਣਾਇਆ ਤਾਂ ਕਿ ਅਸੀਂ ਉਹਦੇ ਵਿੱਚੋਂ ਕੋਈ ਤੋੜ ਭੰਨ ਨਾ ਕਰ ਸਕੀਏ, ਜਾਂ ਆਪਣੇ ਮਤਲਬ ਦੇ ਜਾਂ ਆਪਣੇ ਤਰੀਕੇ ਨਾਲ ਉਹਦੇ ਅਰਥ ਨਾ ਕੱਢ ਸਕੀਏ। ਕਿੰਨੀ ਡੂੰਘੀ ਸੋਚ ਹੋਊਗੀ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਮਨ ਸ਼ੈਤਾਨ ਹੈ, ਤੇ ਆਉਣ ਵਾਲੇ ਸਮੇਂ 'ਚ ਜਿਹੜੇ ਜਿਹਨੂੰ ਮਾੜੀ ਜਿਹੀ ਕਿਸੇ ਨੇ ਤਾਕਤ ਦੇ ਦੇਣੀ ਹੈ, ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਭੰਨ ਤੋੜ ਕੇ ਉਹਨੂੰ ਯੂਜ਼ ਕਰਿਆ ਕਰਨਾ। ਅੱਜ ਵੀ ਗੁਰਬਾਣੀ ਨੂੰ ਕਰਦੇ ਹੀ ਆ ਲੋਕ, ਜੋ ਅੱਜ ਕਰਦੇ ਆ। ਹਾਂਜੀ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਸਾਡੇ ਅੱਜ ਦੇ ਅਖੌਤੀ ਬਾਬੇ ਆ ਜਾਂ ਡੇਰਿਆਂ ਵਾਲੇ ਆ, ਜਿਨ੍ਹਾਂ ਨੇ ਗੁਰੂ ਨਾਲੋਂ ਜਾਂ ਏਕੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਤੋੜ ਰਹੇ ਆ, ਉਹਨਾਂ ਨੇ ਗੁਰਬਾਣੀ ਦੇ ਬਾਕੀ ਵੱਖਰੇ ਵੱਖਰੇ ਤਰੀਕੇ ਨਾਲ ਅਰਥ ਕੱਢ ਲਏ ਆ ਆਪਣੇ ਤਰੀਕੇ ਨਾਲ, ਜਿਹਦੇ ਨਾਲ ਲੋਕੀ ਉਹਨਾਂ ਦੇ ਨਾਲ ਜੁੜਨ ਤੇ ਉਹਨਾਂ ਦੇ ਡੇਰੇ ਨੂੰ ਫਾਇਦਾ ਹੋਵੇ। ਪਰ ਉਹ ਜਿਹੜਾ ਇੱਕ ਆ, ਉਹਦਾ ਕੁਝ ਨਹੀਂ ਕਰ ਸਕੇ। ਮੈਂ ਸੰਗਤ ਨੂੰ ਬੇਨਤੀ ਕਰਦਾ ਇੱਕ ਜ਼ਰੂਰੀ, ਹਾਂ ਵੀ ਆਪਾਂ ਜੇ ਹਿਸਾਬ ਦੇ ਵਿੱਚੋਂ ਗਿਣਤੀ ਲਈਏ ਨਾ ਜੀ, ਏਕੇ ਤੋਂ ਸ਼ੁਰੂ ਹੁੰਦੀ ਆ। ਹਾਂਜੀ। ਪਰ ਕਈ ਜਗ੍ਹਾ ਉੱਥੇ ਆਪਾਂ ਏਕੇ ਤੋਂ ਪਹਿਲਾਂ ਜ਼ੀਰੋ ਵੀ ਲਾ ਦਿੰਦੇ ਆ। ਜ਼ੀਰੋ ਦਾ ਉੱਥੇ ਕੋਈ ਮੁੱਲ ਨਹੀਂ ਪੈਂਦਾ ਜਦੋਂ ਕਿਸੇ ਅੱਖਰ ਤੋਂ ਪਹਿਲਾਂ ਲੱਗ ਜਾਵੇ। ਜਦੋਂ ਅੱਖਰ ਤੋਂ ਬਾਅਦ ਲੱਗੇ, 1 ਤੋਂ ਲੱਗ ਗਿਆ, 2 ਤੋਂ ਲੱਗ ਗਿਆ ਬਾਅਦ, ਫਿਰ ਉਹਦਾ ਜ਼ੀਰੋ ਦਾ ਮੁੱਲ ਪੈਂਦਾ। ਪਰ ਜੇ ਏਕੇ ਦੇ ਵਿੱਚ ਇੱਕੋ ਇੱਕ ਹੋਰ ਲੱਗ ਗਿਆ, ਉਹ 2 ਤਾਂ ਹੋ ਜਾਣਗੇ, 1 ਨਹੀਂ ਰਹਿਣਗੇ। 2 ਦੇ ਵਿੱਚ ਇੱਕ ਹੋਰ ਲੱਗ ਜੂਗਾ, 3 ਬਣ ਜੂਗਾ। ਅਸੀਂ ਲੋਕ ਇੱਕ ਏਕੇ ਦੇ ਵਿੱਚ 2 3 4 5 ਜਿੰਨੇ ਮਰਜ਼ੀ ਆਪਣੀ ਮਰਜ਼ੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਇੱਕ ਨਹੀਂ ਰਹਿੰਦਾ। ਇੱਕ ਨਹੀਂ ਰਹਿੰਦਾ। ਇੱਕ ਤਾਂ ਇੱਕੋ ਹੀ ਰਹਿਣਾ। ਉਹ ਜਦੋਂ ਤੱਕ ਉਹਦੀ ਵਿਸ਼ੇਸ਼ਤਾ ਹੀ ਇੱਕ ਆ, ਬਈ ਉਹ ਇੱਕ ਹੋਊਗਾ ਤੇ ਤਾਂ ਹੀ ਇੱਕ ਰਹੂਗਾ। ਜੇ ਉਹਦੇ ਵਿੱਚ ਕੁਝ ਜੋੜਾਂਗੇ ਤਾਂ ਉਹਦੇ ਵਖਰੇਵੇਂ ਵੱਧ ਜਾਣਗੇ। ਉਹ ਜੇ ਮਤਲਬ ਇੱਕ ਆਪਾਂ 2 ਜਣੇ ਬੈਠੇ ਆ, ਮੈਂ ਇਕੱਲਾ ਤੇ ਮੈਂ ਇਕੱਲਾ ਹੀ ਰਹੂੰਗਾ। ਜੇ ਮੇਰੇ ਨਾਲ ਤੁਸੀਂ ਵੀ ਬੈਠੇ ਤਾਂ 2 ਹੋ ਜਾਵਾਂਗੇ, ਅਸੀਂ 2 ਹੋ ਜਾਵਾਂਗੇ ਜਾਂ 11 ਹੋ ਜਾਵਾਂਗੇ, 11 ਹੋ ਜਾਵਾਂਗੇ। ਜੇ ਤਾਂ ਵੀ ਹਾਂਜੀ। ਤੇ ਉਹ ਮਹਾਰਾਜ ਨੇ ਇੱਕ ਜਿਹੜਾ ਉਹ ਇੱਕੋ ਹੀ ਰੱਖਿਆ। ਅਸੀਂ ਇਹਨਾਂ ਲੋਕਾਂ ਦੇ ਨਾਲੋਂ, ਮੈਂ ਨਹੀਂ ਕਹਿੰਦਾ ਵੀ ਚਲੋ ਸਤਿਕਾਰਯੋਗ ਆ, ਗੁਰੂ ਸਾਹਿਬ ਨੇ ਇਹ ਵੀ ਕਿਹਾ ਵੀ ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖ ਦੇ ਹੋਣ ਦੇ ਨਾਤੇ ਪਿਆਰ ਸਾਡਾ ਕਰਨਾ ਫਰਜ਼ ਆ। ਜਿਹੜਾ ਗੁਰਸਿੱਖ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ, ਬਾਣੀ ਪੜ੍ਹਦਾ, ਅਸੀਂ ਉਹਦਾ ਸਤਿਕਾਰ ਕਰਦੇ ਆ। ਅਸੀਂ ਉਹਦੇ ਚਰਨਾਂ ਦੇ ਮਤਲਬ ਭੌਰੇ ਬਣ ਕੇ ਰਹਿੰਦੇ ਆ। ਜਿਹੜਾ ਬਾਣੀ ਪੜ੍ਹਨਾ, ਜਿਹਦੇ ਅੰਦਰ ਹਰ ਟਾਈਮ ਸਿਮਰਨ ਵਸਿਆ ਹੋਇਆ। ਤੇ ਪਰ ਜੇ ਉਹ ਕਵੇ ਵੀ ਮੈਂ ਪ੍ਰਮਾਤਮਾ ਹੀ ਬਣ ਗਿਆ, ਫਿਰ ਅਸੀਂ ਉਹਨੂੰ ਮੰਨਣ ਲਈ ਤਿਆਰ ਨਹੀਂ ਹੈਗੇ, ਨਾ ਮੰਨਾਂਗੇ। ਅਸੀਂ ਮੰਨਾਂਗੇ, ਸਾਨੂੰ ਸਿਰਫ ਇੱਕੋ ਹੀ ਉਸ ਪਰਮੇਸ਼ਰ ਨੂੰ ਮੰਨਣ ਦਾ ਹੁਕਮ ਕੀਤਾ ਮਹਾਰਾਜ ਨੇ। ਆਮ ਕਰਕੇ ਜਿਹੜੀਆਂ ਨਾ ਤਸਵੀਰਾਂ ਬਣੀਆਂ ਹੁੰਦੀਆਂ ਜੀ ਗੁਰੂ ਨਾਨਕ ਸਾਹਿਬ ਦੀਆਂ ਜਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ, ਹੈ ਤਾਂ ਇਤਿਹਾਸਕ ਹੀ, ਮਿੱਥ ਕੇ ਬਣਾਈਆਂ ਗਈਆਂ ਵੀ ਇਹੋ ਜਿਹੇ ਹੋਣਗੇ। ਪਰ ਆਮ ਜਦੋਂ ਆਪਾਂ ਕੋਈ ਦਰਸ਼ਨ ਕਰਦੇ ਤਾਂ ਆਪਾਂ ਨੂੰ ਮਹਿਸੂਸ ਹੁੰਦਾ ਵੀ ਆਪਾਂ ਕਿਹੜੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ। ਉਹਦੇ ਵਿੱਚੋਂ ਹੀ ਸਾਡੀ ਇਹੋ ਜਿਹੀ ਭਾਵਨਾ ਬਣ ਜਾਵੇ, ਅਸੀਂ 10 ਗੁਰੂਆਂ ਸਾਹਿਬਾਂ ਦੇ ਦਰਸ਼ਨ ਕਰ ਲੈਂਦੇ ਹਾਂ। ਪਰ ਜੇ ਸਰੀਰ ਰੂਪ ਦੇ ਵਿੱਚ, ਸਰੂਪ ਦੇ ਰੂਪ ਦੇ ਵਿੱਚ ਦੇਖੀਏ, ਦਰਸ਼ਨ ਕਰੀਏ, ਤੇ ਉਹ ਜੇ ਕੋਈ ਤਸਵੀਰ ਦੇਖੀਏ ਨਾ, ਤਾਂ ਜ਼ਿਆਦਾ ਕਰਕੇ ਤਸਵੀਰ ਬਣਾਉਣ ਵਾਲੇ ਉਹਨਾਂ ਦੀ, ਗੁਰੂ ਨਾਨਕ ਸਾਹਿਬ ਦੀ ਇੱਕ ਉਂਗਲੀ ਏਦਾਂ ਉੱਪਰ ਹੁੰਦੀ ਹੈ ਆਮ ਤੌਰ ਤੇ, ਬਈ ਉਹ ਪਰਮਾਤਮਾ ਇੱਕ ਆ। ਕਿਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੂਜਾ ਨਹੀਂ ਕਰਵਾਈ ਕਿਤੇ ਵੀ। ਭਾਈ ਮਰਦਾਨਾ ਜੀ ਨੂੰ ਮਹਾਰਾਜ ਨੇ ਇੱਕ ਵਾਰੀ ਕਿਹਾ, ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜਾਂ ਤਾਂ ਮੈਨੂੰ ਕਾਫੀ ਸਮਾਂ ਰਹੇ, 58 ਸਾਲ ਰਹੇ ਨਾਲ, ਕਹਿੰਦੇ ਜਾਂ ਤਾਂ ਮੈਨੂੰ ਆਪਣੇ ਵਰਗਾ ਕਰ ਲਓ ਤੇ ਜਾਂ ਫਿਰ ਮੈਨੂੰ ਜਾਣ ਦਿਓ ਘਰ ਨੂੰ। ਮਹਾਰਾਜ ਕਹਿੰਦੇ ਵੀ ਤੇਰੇ ਤਾਂ ਮੇਰੇ 'ਚ ਹੁਣ ਕੋਈ ਭੇਦ ਨਹੀਂ, ਮੇਰੇ ਤਾਂ ਤੇਰੇ 'ਚ ਭੇਦ ਕੋਈ ਹੈ ਨਹੀਂਗਾ, ਹੁਣ ਤੂੰ ਮੇਰਾ ਮਿੱਤਰ ਆ। ਥੋੜੇ ਚਿਰ ਬਾਅਦ ਭਾਈ ਮਰਦਾਨਾ ਜੀ ਨੇ ਕਿਹਾ, ਤੇ ਵਾਕਈ ਤੁਹਾਡੇ ਤਾਂ ਮੇਰੇ 'ਚ ਭੇਦ ਨਹੀਂ। ਕਹਿੰਦੇ ਕਿਉਂ, ਇਹ ਗੱਲ ਤੂੰ ਕਿੱਦਾਂ ਕਹਿ ਦਿੱਤੀ? ਉਹ ਕਹਿੰਦਾ ਮਹਾਰਾਜ ਤੁਸੀਂ ਵੀ ਡੂਮ ਤੇ ਮੈਂ ਵੀ ਡੂਮ। ਕਹਿੰਦੇ ਉਹ ਕਿੱਦਾਂ? ਕਹਿੰਦਾ ਤੁਸੀਂ ਉਸ ਪਰਮੇਸ਼ਰ ਦੇ ਡੂਮ, ਮੈਂ ਤੁਹਾਡਾ ਡੂਮ। ਤੁਸੀਂ ਉਹ ਪਰਮੇਸ਼ਰ ਨੂੰ ਉਹਦੇ ਸਿੱਖ ਬਣ ਗਏ, ਮੈਂ ਤੁਹਾਡਾ ਸਿੱਖ ਬਣ ਗਿਆ। ਫਰਕ ਤਾਂ ਕੋਈ ਨਹੀਂ ਰਿਹਾ ਨਾ ਜੀ। ਤੇ ਇਸੇ ਤਰ੍ਹਾਂ ਮਹਾਰਾਜ ਦੇ ਨਾਲ ਜੁੜ ਕਰਕੇ ਜਦੋਂ ਅਸੀਂ ਉਸ ਪਰਮੇਸ਼ਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜਦੇ ਨਾ, ਭੇਦ ਨਹੀਂ ਰਹਿੰਦਾ। ਮਹਾਰਾਜ ਆਪਣੇ ਨਾਲ ਜੋੜ ਕੇ ਉਹਦੇ ਨਾਲ ਜੋੜਦੇ ਆ। ਉਹਦੇ ਨਾਲ ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹੋ ਹੀ ਗੱਲ ਕਰ ਦਿੱਤੀ। ਇੱਕ ਇਨਸਾਨ ਨੂੰ ਬੰਦਾ ਬਣਾਉਣ ਦੇ ਲਈ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਆਏ ਇੱਥੇ। ਬੰਦਾ ਨਹੀਂ ਸੀ ਇਹ,
ਕਹੀ ਜਾਈਏ ਅਸੀਂ 100 ਵਾਰੀ ਅਸੀਂ ਬੰਦੇ ਆ। ਜੇ ਬੰਦਾ ਹੁੰਦਾ ਤਾਂ ਫਿਰ ਮਹਾਰਾਜ ਨੂੰ ਗੁਰਬਾਣੀ 'ਚ ਕਹਿਣ ਦੀ ਲੋੜ ਨਹੀਂ ਸੀ। ਬੰਦੇ ਵਾਲੇ ਕੰਮ ਕਰਦੇ। ਨਹੀਂ, ਬੰਦਾ ਕਹਿਣ ਦੀ ਲੋੜ ਨਹੀਂ ਸੀ। ਮਹਾਰਾਜ ਕਹਿੰਦੇ ਬੰਦੇ ਬੰਦਗੀ ਇਖਤਿਆਰ, ਹਾਂ ਬੰਦਾ ਹੋਏ ਸੋ ਬੰਦਗੀ ਗਏ। ਹਾਂ ਕਹਿੰਦੇ ਬਾਕੀ ਤਾਂ ਬੰਦੇ ਹੀ ਨਹੀਂ ਜਿਹੜੇ ਬੰਦਗੀ ਨਹੀਂ ਕਰਦੇ। ਉਸ ਬੰਦੇ ਨੂੰ ਬੰਦਾ ਬਣਾਉਣ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 2-250 ਸਾਲ ਦਾ ਸਮਾਂ ਲਾਇਆ। ਤੇ ਦੇਖੋ ਆਪਣੇ ਨਾਲ ਤੋਰਿਆ ਸੀ ਮਹਾਰਾਜ ਨੇ, ਇਸ ਸਿੱਖ ਨੂੰ ਆਪਣੇ ਤੋਂ ਮੂਹਰੇ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਤੋਂ ਮੂਹਰੇ ਕੀਤਾ ਇਹਨੂੰ। ਮਹਾਰਾਜ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ, ਆਪ ਤਾਂ ਵਿੱਚੋਂ ਨਿਕਲ ਗਿਆ, ਪ੍ਰਗਟੇ ਉਹ ਖਾਲਸਾ ਪ੍ਰਮਾਤਮ ਕੀ ਫੌਜ, ਉਹਦੇ ਨਾਲ ਜੋੜ ਦਿੱਤਾ। ਇੱਕ ਨਾ ਜੋੜਿਆ। ਫਿਰ ਜੇ ਨਾ ਜੋੜਿਆ ਹੁੰਦਾ ਫਿਰ ਮੇਰੇ ਖਿਆਲ ਨਹੀਂ ਵੀ ਗੁਰੂ ਸਾਹਿਬ ਇਹਨਾਂ ਦੇ ਕੋਲੋਂ ਅਮਰ ਦੀ ਦਾਤ ਮੰਗਦੇ। ਆਪ ਅਮਰ ਦੀ ਦਾਤ ਦੇ ਖਾਲਸਾ ਮੇਰੇ ਸੱਜਣ, ਹਾਂਜੀ, ਖਾਲਸਾ ਮੇਰੇ ਸਤਿਗੁਰ, ਸਤਿਗੁਰ ਪੂਰਾ, ਬੜੀ ਵਡਿਆਈ ਦਿੱਤੀ ਹੈ, ਬੜੀ ਵਡਿਆਈ ਮਹਾਰਾਜ ਨੇ। ਮਤਲਬ ਸਤਿਗੁਰੂ ਪੂਰਾ ਕਹਿੰਦੇ ਨੇ, ਇਦੋਂ ਵੱਡਾ ਕੀ ਹੋ ਸਕਦਾ। ਇਹ ਇੱਕ ਥਾਂ ਤੋਰ ਕੇ ਮਿਲਾਇਆ ਸਾਨੂੰ ਉਹਦੇ ਨਾਲ ਆ, ਤੋਰਿਆ ਆਪਣੇ ਨਾਲ ਸੀਗਾ, ਮਿਲਾਤਾ ਸਾਨੂੰ ਉਹਦੇ ਨਾਲ। ਹੁਣ ਇਦੋਂ ਵੱਡਾ ਇਹਦੀ ਵਡਿਆਈ ਕੀ ਹੋ ਸਕਦੀ ਹੈ। ਵੀ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਇੱਕ ਨਾਲ ਜੋੜਿਆ, ਇੱਕ ਤੋਂ ਸ਼ੁਰੂ ਕੀਤਾ, ਇੱਕ ਦੇ ਨਾਲ ਜੋੜ ਕਰਕੇ। ਗੁਰੂ ਨਾਨਕ ਸਾਹਿਬ ਨੇ ਏਕੇ ਤੋਂ ਸ਼ੁਰੂ ਕੀਤਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਨਾਲ ਜੋੜ ਦਿੱਤਾ। ਪਰ ਉਹਦੇ ਲਈ ਸਮਾਂ ਲੱਗਾ ਸਾਨੂੰ, ਕਿਉਂਕਿ ਅਸੀਂ ਭਟਕੇ ਹੋਏ ਲੋਕ ਸਾਂ। ਹੁਣ ਵੀ ਭਟਕੇ ਹੋਏ ਆ, ਹੁਣ ਵੀ ਸਾਡੇ 'ਚ ਏਕਾ ਹੈ ਨਹੀਂ ਗਾ। ਜੇ ਏਕਾ ਹੁੰਦਾ ਨਾ ਤੇ ਸਿਰਫ ਅਸੀਂ ਜਥੇਬੰਦੀਆਂ ਲੈ ਕੇ ਨਾ ਤੁਰਦੇ। ਉਹ ਏਕਾ ਜਿਹੜਾ ਉਹ ਇੱਕ ਹੋਰ ਚੀਜ਼ ਆ ਜਿਹੜਾ ਏਕਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ। ਪਰ ਜਿਹੜੀ ਤੁਸੀਂ ਇੱਕ ਗੱਲ ਹੋਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਬਹੁਤ ਜ਼ਿਆਦਾ ਡੂੰਘਾਈ ਮੰਗਦੀ ਆ। ਹਾਂਜੀ, ਕਿ ਜਦੋਂ ਇੱਕ ਆ ਤੇ ਇੱਕ ਆ, ਆਹ ਬੰਦ ਕਰ ਦਿਓ ਤੇ ਆ ਇੱਕ ਬਣ ਗਿਆ। ਹਾਂਜੀ, ਇਹਨੂੰ ਬੰਦ ਕਰ ਦਿਓ ਤੇ ਆ ਇੱਕ ਆ। ਪਰ ਦੋਨੇ ਕਰ ਦਿਓ ਤੇ 2 1 ਨਹੀਂ ਬਣਿਆ, ਉਹ 11 ਬਣ ਗਏ। 11 ਬਣ ਗਏ। ਜੇ ਇੱਕ ਜਮਾ ਇੱਕ 2 ਬਣ ਗਏ। 2 ਬਣ ਗਏ। ਹਾਂਜੀ, ਪਰ ਇੱਕ ਉਦੋਂ ਹੀ ਆ ਜਦੋਂ ਅਕੇਲਾ ਆ। ਅਕੇਲਾ। ਹਾਂਜੀ, ਇਹ ਗੱਲ ਜਿਹੜੀ ਸਾਧ ਸੰਗਤ ਜੀ ਸਾਨੂੰ ਬਹੁਤ ਡੂੰਘਾਈ ਤੱਕ ਸਮਝਣੀ ਪਊਗੀ। ਜਦੋਂ ਤੱਕ ਇਹ ਇੱਕ ਆ ਤੇ ਅਸੀਂ ਇੱਕ ਆ ਤੇ ਅਸੀਂ ਇੱਕ ਦੇ ਨਾਲ ਜੁੜੇ ਆ, ਤੇ ਜੇ ਨਹੀਂ ਜੁੜੇ ਤੇ ਜੁੜਨਾ ਪਊਗਾ, ਉਦੋਂ ਤੱਕ ਸਾਡਾ ਗੁਜ਼ਾਰਾ ਨਹੀਂ ਹੋਣਾ। ਤੇ ਜੇ ਇੱਕ ਦੇ ਨਾਲ ਆਪਣੀ ਇੱਕ ਨਾਲ ਲਾ ਕੇ ਖੜੀ ਕਰ ਲਈ, ਜੋ ਅੱਜ ਕੱਲ੍ਹ ਕੀਤਾ ਜਾ ਰਿਹਾ, ਆਪ ਆਪਣੇ ਡੇਰੇ ਵਾਲਿਆਂ ਨੇ ਆਪ ਆਪਣੀ ਮਰਿਆਦਾ ਚਲਾ ਕੇ ਤੇ ਆਪਣਾ ਇੱਕ ਵੱਖਰਾ ਸਿਸਟਮ ਸ਼ੁਰੂ ਕਰ ਲਿਆ। ਜੋ ਸਿਸਟਮ ਅਕਾਲ ਪੁਰਖ ਵਾਹਿਗੁਰੂ ਵੱਲੋਂ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਲਿਆ ਕੇ ਸਾਨੂੰ ਦਿੱਤਾ, ਅਸੀਂ ਉਹਦੇ ਨਾਲ ਆਪਣਾ ਇੱਕ ਹੋਰ ਸ਼ੁਰੂ ਕਰ ਲਿਆ। ਭਾਵ ਕਹਿਣ ਦਾ ਕਿ ਅਸੀਂ ਆਪਣੇ ਆਪ 'ਚ ਬਹੁਤ ਜ਼ਿਆਦਾ ਸਿਆਣੇ ਬਣ ਗਏ। ਅਸੀਂ ਇਹ ਦੱਸਣਾ ਸ਼ੁਰੂ ਕਰਤਾ ਵੀ ਜੋ ਅਕਾਲ ਪੁਰਖ ਵਾਹਿਗੁਰੂ ਆ ਉਹਦੇ ਵਿੱਚ ਵੀ ਥੋੜ੍ਹੀ ਕਮੀ ਆ, ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਉਹਦੇ ਵਿੱਚ ਵੀ ਥੋੜ੍ਹੀ ਕਮੀ ਆ, ਜੋ ਅਸੀਂ ਕਰ ਰਹੇ ਹਾਂ ਉਹ ਠੀਕ ਆ। ਅਸੀਂ ਜਿਹੜੇ ਅੱਜ ਮਾਰ ਖਾ ਰਹੇ ਹਾਂ, ਅਸੀਂ ਮਾਰ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੀ ਗੱਲ ਜ਼ਿਆਦਾ ਸੁਣਨੀ ਸ਼ੁਰੂ ਕਰਤੀ। ਸਾਨੂੰ ਦੇਹ ਧਾਰ ਦੀ ਗੁਰੂ ਦੀ ਲੋੜ ਜ਼ਿਆਦਾ ਉਹਨਾਂ ਨੇ ਦੱਸਣੀ ਸ਼ੁਰੂ ਕਰਤੀ ਤੇ ਅਸੀਂ ਉਹਨੂੰ ਮੰਨਣਾ ਸ਼ੁਰੂ ਕਰਤਾ ਕਿ ਸਾਨੂੰ ਲੋੜ ਹੈ। ਪਰ ਅਸੀਂ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਜੇ ਖੋਜਣ ਦੀ ਕੋਸ਼ਿਸ਼ ਕਰਦੇ ਤਾਂ ਸ਼ਾਇਦ ਸਾਨੂੰ ਉਸ ਇੱਕ ਦੀ ਗੱਲ ਲੱਭ ਪੈਂਦੀ ਹੈ, ਜਾਂ ਅਸੀਂ ਉਸ ਇੱਕ ਦੇ ਨਾਲ ਜੁੜ ਜਾਂਦੇ ਤਾਂ ਸਾਡਾ ਪਾਰਾ ਉਤਾਰਾ ਹੋ ਸਕਦਾ ਸੀ। ਪਰ ਸਾਨੂੰ ਉਹਨਾਂ ਲੋਕਾਂ ਨੇ ਆਪਣੀ ਮਰਿਆਦਾ ਖੜੀ ਕਰਕੇ ਇੱਕ ਦੇ ਨਾਲ ਇੱਕ ਹੋਰ ਏਕਾ ਲਾਤਾ ਤੇ ਸਾਨੂੰ ਉਹਦੇ ਨਾਲ ਜੁੜਨ ਲਈ ਉਪਦੇਸ਼ ਦੇ ਦਿੱਤੇ ਵੀ ਆਹ ਇੱਦਾਂ ਨਹੀਂ, ਆਹ ਇੱਦਾਂ ਕਰਨੀ, ਆਹ ਇੱਦਾਂ ਨਹੀਂ, ਇੱਦਾਂ ਕਰਨੀ, ਵੀ ਜਿੱਦਾਂ ਉਹਨਾਂ ਨੇ ਕੋਈ ਗਲਤੀ ਕੀਤੀ ਹੁੰਦੀ ਹੈ। ਸਾਧ ਸੰਗਤ ਜੀ, ਸਾਨੂੰ ਜਿੱਦਾਂ ਭਾਈ ਸਾਹਿਬ ਨੇ ਉਦਾਹਰਨਾਂ ਦੇ ਕੇ, ਕਿਉਂਕਿ ਮਨ ਜਿਹੜਾ ਸ਼ੈਤਾਨ ਹੈ ਇਹਨੂੰ ਕੋਈ ਨਾ ਕੋਈ ਉਦਾਹਰਨ ਚਾਹੀਦੀ ਹੁੰਦੀ ਆ, ਕੋਈ ਨਾ ਕੋਈ ਵਿਆਖਿਆ ਚਾਹੀਦੀ ਹੁੰਦੀ, ਤਾਂ ਜਿਹੜਾ ਮਨ ਆ ਉਹਨੂੰ ਕਿਸੇ ਤਰੀਕੇ ਨਾਲ ਮਨਾਇਆ ਜਾ ਸਕਦਾ, ਵਰਨਾ ਇਹ ਮੰਨਣ 'ਚ ਆਉਂਦਾ ਨਹੀਂਗਾ। ਤੇ ਜੇ 2 ਹੀ ਏਕੇ ਆ ਤੇ ਦੋਨੇ ਜਿਹੜੇ ਆ ਜਦੋਂ ਇਕੱਠੇ ਹੋ ਜਾਣੇ ਆ, ਫਿਰ ਉਹ ਏਕਾ ਨਹੀਂ ਰਹਿਣਾ, ਫਿਰ 11 ਬਣ ਜਾਣੇ ਜਾਂ 2 ਬਣ ਜਾਣੇ। ਇਸ ਕਰਕੇ ਜੇ ਇੱਕ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇਸ ਧਰਤੀ ਦੇ ਉੱਤੇ ਆ ਕੇ ਕੀਤੀ ਆ, ਜਿਹੜੇ ਤਰੀਕੇ ਨਾਲ ਕੀਤੀ ਆ, ਸਾਨੂੰ ਉਹਦੇ ਉੱਤੇ ਪੂਰਨ ਤੌਰ ਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਪੂਰਨ ਤੌਰ ਤੇ ਵਿਸ਼ਵਾਸ ਰੱਖਣਾ ਪੈਂਦਾ। ਤੇ ਇੱਥੇ ਗੱਲ ਇੱਕ ਹੋਰ ਆਪਾਂ ਨੂੰ ਸਮਝਣੀ ਪੈਣੀ ਆ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਟੱਬਰ ਦੇ ਵਿੱਚ, ਆਪਣੇ ਖਾਨਦਾਨ ਦੇ ਵਿੱਚ, ਅੱਜ ਕੱਲ੍ਹ ਸਾਨੂੰ ਰਿਵਾਜ ਹੋ ਗਿਆ ਵੀ ਪਹਿਲਾਂ ਵੀ ਚੱਲਦਾ ਸੀਗਾ ਥੋੜ੍ਹਾ ਬਹੁਤਾ, ਜਿਹੜੀਆਂ ਸਾਡੀਆਂ ਗੋਤਾਂ ਆ, ਸਾਡਾ ਖਾਨਦਾਨ, ਸਾਡੀ ਗੋਤ ਦੇ ਇੰਨੇ ਬੰਦੇ ਹੋ ਗਏ, ਸਾਡੇ ਜਾਤ ਦੇ ਇੰਨੇ ਬੰਦੇ ਹੋ ਗਏ, ਇਹ ਵੀ ਸਾਨੂੰ ਗੁਰੂ ਨਾਲ ਤੋੜਦੇ ਆ, ਇਹ ਵੀ ਸਾਨੂੰ ਗੁਰੂ ਦੇ ਨਾਲ ਜੋੜਦੇ ਨੇ ਕਿ ਅਸੀਂ ਇੱਕ ਆ ਤੇ ਅਸੀਂ ਇੱਕ ਦੇ ਨਾਲ ਹੀ ਜੁੜਨਾ ਆ ਤੇ ਸਿੱਧਾ ਜੋੜਨਾ ਆ। ਇਹ ਨਹੀਂ ਵੀ ਇੱਕ ਆ ਕੋਲ ਹੋਰ ਖੜਾ ਕਰਕੇ ਤੇ ਉਹਦੇ ਥਰੂ ਜੋੜਨਾ ਕਿ ਉਹਦੇ ਨਾਲ। ਮੈਂ ਇੱਕ ਤੁਹਾਡੀ ਗੱਲ ਰੁਕੀ ਹੈ ਜੀ, ਹਾਂਜੀ, ਮਾਫੀ ਦਿਓ ਮੈਨੂੰ। ਮੈਂ ਦੇਖਦਾ ਬਈ ਇੱਕ ਨੂੰ ਅਸੀਂ ਵਖਰੇਵਾਂ ਦੇਣ ਦੇ ਲਈ ਨਾ ਜੀ, ਜਿੱਥੇ ਇੱਕ ਵਸਦਾ ਸੀਗਾ ਜਾਂ ਅੱਜ ਵੀ ਵਸਦਾ,
ਉੱਥੇ ਅਸੀਂ ਵਖਰੇਵਾਂ ਦੇਣ ਦੇ ਲਈ ਹੋਰ ਨਾਲ ਖੜੇ ਕਰ ਦਿੱਤੇ। ਹਾਂਜੀ। ਮੈਂ ਨਹੀਂ ਕਹਿੰਦਾ ਗੁਰੂ ਘਰ ਦੇ ਵਿੱਚ ਹਰੇਕ ਜਗ੍ਹਾ ਗੁਰੂ ਤੇ ਪ੍ਰਮਾਤਮਾ ਵਸਦਾ, ਪਰ ਉਹ ਗੁਰੂ ਤੇ ਪ੍ਰਮਾਤਮਾ ਵਸਦਾ ਜ਼ਰੂਰ ਆ, ਪਰ ਬਾਹਰਲੇ ਪਾਸੇ ਕੀ ਲਿਖਿਆ ਹੁੰਦਾ, ਇਹ ਫਲਾਨਿਆਂ ਦਾ ਗੁਰਦੁਆਰਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਨਹੀਂ ਲੈਣ ਦੀ ਲੋੜ ਕਿ ਸਾਡੀ ਦੁਸ਼ਮਣੀ ਨਹੀਂ ਕਿਸੇ ਦੀ, ਅਸੀਂ ਤਾਂ ਵਿਚਾਰ ਕਰ ਰਹੇ ਸਾਰਿਆਂ ਨੇ ਆਪੋ ਆਪਣੇ ਗੁਰਦੁਆਰੇ ਬਣਾਏ। ਸਾਨੂੰ ਕਿਸੇ ਨਾਲ ਦੁਸ਼ਮਣੀ ਨਹੀਂ, ਸਿਰਫ ਇੰਨਾ ਹੀ ਆ ਵੀ ਆਪਾਂ ਵਿਚਾਰ ਕਰਕੇ ਜਿਹੜੀਆਂ ਗੁਰਦੁਆਰਾ ਤਾਂ ਗੁਰੂ ਦਾ ਹੁੰਦਾ। ਹਾਂਜੀ। ਗੁਰਦੁਆਰਾ ਕਿਸੇ ਦਾ ਆਪਣਾ ਨਹੀਂ ਹੁੰਦਾ, ਕਿਸੇ ਜਾਤ ਦਾ ਨਹੀਂ ਹੁੰਦਾ। ਹਾਂ। ਉੱਥੇ ਇਹੋ ਜੀ ਭਾਵਨਾ ਬਣਾਈ ਅਸੀਂ। ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ, ਕਹਿੰਦੇ ਜੇਨੀ ਇੱਕ ਮਨ ਇੱਕ ਧਿਆਇਆ ਤਿੰਨ ਸਦ ਬਲਿਹਾਰੇ ਜਾਓ। ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਜਿਨ੍ਹਾਂ ਨੇ ਇੱਕ ਮਨ ਹੋ ਕਰਕੇ ਇੱਕ ਨੂੰ ਧਿਆਇਆ। ਸਾਡੇ ਤਾਂ ਮਨ ਇੱਕ ਹੈ ਹੀ ਨਹੀਂ, ਅਸੀਂ ਆਪਸ ਵਿੱਚ ਇੱਕ ਮਨ ਕਰਦੇ ਕਿਤੇ। ਮੇਰੇ ਮਨ ਦੀ ਭਾਵਨਾ ਕੁਝ ਹੋਰ ਬਣੀ ਹੋਈ ਆ, ਤੁਹਾਡੇ ਦੀ ਹੋਰ ਬਣੀ ਹੋਈ, ਜੇ ਚਾਰ ਹੋਰ ਬੈਠੇ ਹੋਣ ਆਪਣੇ ਚ ਉਹਨਾਂ ਦੇ ਅਲੱਗ-ਅਲੱਗ ਹਨਾ। ਮਹਾਰਾਜ ਕਹਿੰਦੇ ਜਿੰਨੀ ਇੱਕ ਮਨ, ਜਿੰਨੀ ਦਾ ਮਤਲਬ ਇਹ ਆ ਵੀ ਜਿਆਦੇ ਜਾਣਿਆਂ ਨੇ, ਜਿੰਨੀ ਇੱਕ ਨਹੀਂ ਹੁੰਦਾ, ਜਿੰਨੀਆਂ ਕਈ ਜਾਣਿਆਂ ਨੇ, ਜਿੰਨੀ ਇੱਕ ਮਨ ਇੱਕ ਧਿਆਇਆ, ਇਕੱਠੇ ਹੋ ਕੇ ਇੱਕ ਨੂੰ ਹੀ ਧਿਆਉਣਾ ਕੀਤਾ। ਮਹਾਰਾਜ ਕਹਿੰਦੇ ਤਿੰਨ ਸਦ ਬਲਿਹਾਰੇ ਜਾਓ। ਬਲਿਹਾਰ ਦਾ ਮਤਲਬ ਹੁੰਦਾ ਮੈਂ ਉਹਨਾਂ ਤੋਂ ਕੁਰਬਾਨ ਹੋ ਜਾਂਦਾ ਹਨਾ, ਸਦਾ ਵਾਸਤੇ ਸਦ ਬਲਿਹਾਰੇ ਜਾਓ, ਸਦਾ ਕੁਰਬਾਨ ਜਾਣਾ। ਤੇ ਮੈਂ ਇਹ ਸੋਚਦਾ ਵੀ ਕਿਉਂ ਨਹੀਂ ਅਸੀਂ ਸਾਰੇ ਇੱਕ ਹੁੰਦੇ। ਜੋ ਆਪ ਜੀ ਕਹਿ ਰਹੇ ਸੀ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਜਾਤਾਂ ਪਾਤਾਂ ਤੋਂ ਉੱਪਰ ਕਰਕੇ ਇੱਕ ਕੀਤਾ। ਜਿਹੜੇ ਲੋਕ ਅੱਜ ਵੀ ਚਾਹੇ ਕੋਈ ਉੱਚੀ ਜਾਤ ਦੇ ਚਾਹੇ ਕੋਈ ਨੀਵੀਂ ਜਾਤ ਦੇ, ਮੈਂ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ, ਜਿੱਦਣ ਉਹ ਅੰਮ੍ਰਿਤ ਛਕ ਲੈਂਦੇ ਆ। ਕਿਉਂਕਿ ਮੇਰੇ ਨਾਲ ਇਹ ਘਟਨਾ ਵਾਪਰੀ ਜੀ। ਮੈਨੂੰ ਲੋਕ ਮੇਰੇ ਕੋਲ ਜਿਹੜੇ ਮੈਂ ਦੱਸਦਾ ਸੀ ਵੀ ਕੈਂਪ ਲਾਉਂਦੇ ਆ ਨਾ ਜੀ, ਸਾਡੇ ਜਥੇਬੰਦੀ ਦੇ ਵਿੱਚ ਹਰੇਕ ਜਾਤ ਵਰਨ ਦੇ ਨਾਲ ਸੰਬੰਧਿਤ ਲੋਕ ਹੈਗੇ ਆ, ਅੰਮ੍ਰਿਤਧਾਰੀ ਆ, ਸਾਡੇ ਵਿੱਚ ਫਰਕ ਕੋਈ ਨਹੀਂ। ਮੇਰੇ ਗੁਰਸਿੱਖ ਵੀਰ ਸਾਰੇ ਇੱਕੋ ਹੀ ਆ। ਉਹ ਵੀ ਇੱਕ ਗੁਰਮੁਖ ਪਿਆਰਾ, ਉਹ ਵੀ ਉੱਥੇ ਗਿਆ ਸੀ ਇੰਗਲੈਂਡ ਕੈਨੇਡਾ ਦੇ ਵਿੱਚ, ਤੇ ਮੈਂ ਵੀ ਗਿਆ ਸੀ। ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਮਿਲਣਾ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਜਿਹਨਾਂ ਕੋਲ, ਉਹ ਵਿਚਾਰੇ ਮਿਲਾਉਣ ਲੈ ਆਏ। ਫਿਰ ਕਿਤੇ ਗੁਰਦੁਆਰੇ ਮੇਰੇ ਬਾਰੇ ਗੱਲ ਚੱਲੀ, ਉਹ ਕਹਿੰਦੇ ਤੁਸੀਂ ਕਿੱਥੇ ਗੁਰਸਿੱਖਾਂ ਦੇ ਨਾਲ ਮਿਲੀ ਫਿਰਦੇ ਆ, ਇਹ ਤੁਹਾਨੂੰ ਹਜੇ ਵੀ ਨੀਚ ਜਾਤ ਵਾਲੇ ਸਮਝਦੇ ਆ। ਉਹ ਕਹਿੰਦੇ ਤੁਸੀਂ ਉਹਦੀ ਗੱਲ ਨਹੀਂ ਕਰ ਸਕਦੇ ਜਿਹੜੇ ਸਾਡੇ ਨਾਲ ਜਿਹੜਾ ਪਿਆਰ ਆ। ਕਹਿੰਦੇ ਜਿੱਦਾਂ ਦਾ ਅਸੀਂ ਇੱਕ ਬਾਟੇ ਚੋਂ ਅੰਮ੍ਰਿਤ ਛਕਿਆ ਨਾ, ਹੁਣ ਇੱਕ ਥਾਲੀ 'ਚ ਬੈਠ ਕੇ ਛਕ ਵੀ ਲਈਦਾ। ਸਾਡੇ ਤਾਂ ਉਹਨਾਂ ਦਾ ਵਿਤਕਰਾ ਹੀ ਕੋਈ ਹੈ ਨਹੀਂਗਾ। ਮੈਂ ਵੀ ਇਹ ਚਾਹੁੰਦਾ ਬਈ ਜਦੋਂ ਅਸੀਂ ਉਦੋਂ ਨਹੀਂ ਦੇਖਿਆ ਵੀ ਬਾਟੇ ਇੱਕ ਚੋਂ ਛਕਾਇਆ ਜਾ ਰਿਹਾ ਆ, ਇੱਥੇ ਕਿਹੜੀ ਜਾਤ ਦਾ ਆ। ਇੱਕ ਦੂਜੇ ਨੇ ਸਾਰਾ ਝੂਠਾ ਛਕਿਆ। ਮਹਾਰਾਜ ਨੇ ਇਸੇ ਕਰਕੇ ਝੂਠਾ ਛਕਾਇਆ ਵੀ ਸਾਡੇ ਕੋਲ ਇਹ ਵਰਨ ਜਿਹੜੇ ਨਾ ਜਾਤਾਂ ਪਾਤਾਂ ਮਿਟ ਜਾਣ, ਇੱਕ ਹੋ ਜਾਣ, ਇਹ ਇੱਕ ਵਾਟਾ ਇੱਕ ਹੋਣ। ਤੇ ਉਹ ਹੈਰਾਨ ਰਹਿ ਗਿਆ। ਉਹਨੇ ਜਵਾਬ ਦਿੱਤੇ ਸਿੰਘ ਨੇ, ਉਹ ਬੜੇ ਪੜ੍ਹੇ ਲਿਖੇ ਸੀਗੇ ਜੀ, ਮਾਸਟਰ ਰਿਟਾਇਰ ਹੋਏ ਆ। ਉਹ ਕਹਿੰਦੇ ਸਾਡੇ ਤਾਂ ਉਹਨਾਂ ਨੇ ਕਦੀ ਵਿਤਕਰਾ ਨਹੀਂ, ਤੁਸੀਂ ਲੋਕੀ ਵਿਤਕਰਾ ਪਾਈ ਜਾਂਦੇ। ਤੇ ਲੋਕੀ ਆਮ ਹੀ ਵਿਤਕਰਾ ਪਾਈ ਜਾਂਦੇ ਆ। ਕੋਈ ਕਿਸੇ ਨੂੰ ਕਹਿ ਦਿੰਦਾ ਵੀ ਆ ਇਸ ਜਾਤ ਨਾਲ ਸੰਬੰਧਿਤ ਆ, ਉਹ ਇਸ ਜਾਤ ਨਾਲ ਸੰਬੰਧਿਤ ਆ। ਕਿਉਂ ਨਹੀਂ ਅਸੀਂ ਇੱਕ ਦੇ ਨਾਲ ਜੁੜਦੇ? ਇਹ ਇੱਕ ਸਾਡੇ ਲਈ ਸਵਾਲ ਆ। ਜੇ ਇੱਕ ਦੇ ਨਾਲ ਨਹੀਂ ਜੁੜਾਂਗੇ ਤੇ ਅਸੀਂ ਜ਼ਿੰਦਗੀ 'ਚ ਕੋਈ ਪ੍ਰਾਪਤੀ ਨਹੀਂ ਸਾਡੀ ਹੈਗੀ। ਉਸ ਗੁਰੂ ਨਾਨਕ ਸਾਹਿਬ ਨੇ ਇੱਕ ਨਾਲ ਜੋੜਿਆ, ਇੱਕ ਨਾਲ ਜੁੜੀਏ। ਜਿਹੜਾ ਇੱਕ ਨਾਲ ਜੁੜਿਆ ਹੋਇਆ, ਮਹਾਰਾਜ ਕਹਿੰਦੇ ਉਤੋਂ ਮੈਂ ਕੁਰਬਾਨ ਜਾਣਾ, ਤੇ ਸਾਨੂੰ ਵੀ ਉਤੋਂ ਕੁਰਬਾਨ ਜਾਣਾ ਚਾਹੀਦਾ। ਬਲਿਹਾਰ ਜਿੱਥੇ ਸਾਡਾ ਗੁਰੂ ਬਲਿਹਾਰ ਜਾਂਦਾ ਨਾ, ਤੇ ਉੱਥੇ ਗੁਰੂ ਕਾ ਸਿੱਖ ਵੀ ਬਲਿਹਾਰ ਜਾਵੇ ਉਤੋਂ। ਇੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਆ ਸਿੱਖਾਂ ਨੂੰ, ਜੇ ਆਪਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਤੇ ਸਾਰੇ ਏਰੀਆ ਦੇ ਵਿੱਚੋਂ, ਸਾਰੇ ਹਿੰਦੁਸਤਾਨ ਤੋਂ ਵੱਖਰੇ ਵੱਖਰੇ ਵਰਗਾਂ ਦੇ ਲੋਕ ਜਿਨ੍ਹਾਂ ਨੂੰ ਉਸ ਸਮੇਂ ਮਨੂਵਾਦ ਦੇ ਤਰੀਕੇ ਨਾਲ ਵੰਡਿਆ ਗਿਆ ਸੀ, ਉਹ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੇ ਭਾਣੇ ਵਿੱਚ ਉਹ ਸਾਰੇ ਵਰਗਾਂ ਦੇ ਲੋਕ ਉੱਥੇ ਇਕੱਤਰ ਹੋਏ। ਸਾਰੇ ਮੁਲਕਾਂ ਦੇ ਵਿੱਚੋਂ ਆਏ, ਏਰੀਆ ਦੇ ਵਿੱਚੋਂ ਆਏ, ਜਿਨ੍ਹਾਂ ਨੇ ਆ ਕੇ ਉਹ ਦਾਤ ਪ੍ਰਾਪਤ ਕੀਤੀ। ਤੇ ਦਾਤ ਇੱਕ ਓਂਕਾਰ ਸ਼ੁਰੂ ਹੋ ਕੇ ਤੇ ਇੱਕ ਬਾਟੇ ਦੇ ਵਿੱਚ ਆ ਗਈ। ਇੱਕ ਬਾਟੇ ਦੇ ਵਿੱਚ ਉਹ ਪਾਣੀ ਨਹੀਂ ਰਿਹਾ, ਉਹ ਅੰਮ੍ਰਿਤ ਰਿਹਾ। ਉਹ ਅੰਮ੍ਰਿਤ ਰਹਿ ਗਿਆ ਜਿਹੜਾ ਕਿ ਸਿੱਧਾ ਅਕਾਲ ਪੁਰਖ ਵਾਹਿਗੁਰੂ ਤੋਂ ਆਇਆ ਤੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਾ। ਜਿਹੜਾ ਜਿੱਥੋਂ ਆਇਆ ਹੋਵੇ ਉੱਥੇ ਨਾਲ ਹੀ ਜੁੜਦਾ, ਉੱਥੇ ਨਾਲ ਉਹਦਾ ਪਿਆਰ ਹੁੰਦਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਉਹ ਅੰਮ੍ਰਿਤ ਦੀ ਦਾਤ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਈ ਇਸ ਖੰਡੇ ਬਾਟੇ ਦੇ ਰੂਪ ਵਿੱਚ। ਤੇ ਜਿਨ੍ਹਾਂ ਨੇ ਛਕਿਆ ਉਹਨਾਂ ਨੂੰ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਵੀ ਉੱਥੇ ਲੈ ਗਈ, ਕਿਉਂਕਿ ਉਹ ਉੱਥੋਂ ਆਈ ਸੀ। ਜਿਨ੍ਹਾਂ ਨੇ ਉਹ ਛਕਿਆ, ਜੇ ਉਹ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਆਏ, ਪੰਜਾਂ ਪਿਆਰਿਆਂ ਦੇ ਰੂਪ ਵਿੱਚ ਛਕਿਆ, ਤਾਂ ਇੱਕ ਬਾਟਾ ਸੀ ਤੇ ਇੱਕ ਬਾਟੇ ਦੇ ਵਿੱਚ ਹੀ ਛਕਿਆ, ਤੇ ਉਹ ਭਰਾ ਬਣ ਗਏ, ਉਹ ਇੱਕ ਜਾਨ ਹੋ ਗਏ। ਉਹਨਾਂ ਵਿੱਚ ਫਰਕ ਨਹੀਂ ਰਿਹਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਬਾਟੇ ਵਿੱਚੋਂ ਅੰਮ੍ਰਿਤ ਛਕ ਕੇ
ਤੇ ਗੁਰੂ ਦੇ ਵਿੱਚ ਤੇ ਸਿੱਖ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ, ਤਾਂ ਵੀ ਇੱਕ ਦੀ ਗੱਲ ਆ ਗਈ, ਬਿਲਕੁਲ ਕੋਈ ਭੇਦ ਨਹੀਂ ਰਿਹਾ। ਕੋਈ ਨਹੀਂ ਰਿਹਾ। ਤੇ ਗੁਰਬਾਣੀ ਵਿੱਚ ਵੀ ਲਿਖ ਕੇ ਦੱਸਤਾ ਉਹਨਾਂ ਨੇ, ਗੁਰਬਾਣੀ ਵਿੱਚ ਵੀ ਲਿਖ ਕੇ ਦੱਸਤਾ ਵੀ ਸਿੱਖਿਆ ਗੁਰੂ ਆ ਤੇ ਅਕਾਲ ਪੁਰਖ ਵਾਹਿਗੁਰੂ ਆ। ਜਦੋਂ ਪੂਰਨ ਸਿੱਖ ਬਣ ਜਾਂਦਾ ਤੇ ਗੁਰੂ ਦੇ ਵਿੱਚ ਤਾਂ ਉਹ 'ਚ ਕੋਈ ਭੇਦ ਨਹੀਂ ਰਹਿੰਦਾ। ਨਹੀਂ ਰਿਹਾ। ਗੁਰਬਾਣੀ ਵਿੱਚ ਲਿਖਿਆ ਹੈ ਜਦੋਂ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਤੇ ਗੁਰੂ ਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂਗਾ। ਗੁਰੂ ਵਿੱਚ ਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ, ਇੱਕੋ ਹੀ ਆ। ਹਾਂ। ਅਸਲੀ ਗੁਰੂ ਹੈ ਹੀ ਆ, ਗੁਰ ਪਰਮੇਸ਼ਰ ਇੱਕੋ ਜਾਣ। ਅਸਲੀ ਗੁਰੂ ਹੈ ਹੀ ਉਹ ਆ ਹਾਂ। ਜਿਹਦਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕੋਈ ਭੇਦ ਨਾ ਹੋਵੇ। ਬਿਲਕੁਲ। ਤੇ ਅਸਲੀ ਸਿੱਖ ਉਹ ਹੀ ਆ ਜਿਹਦਾ ਗੁਰੂ ਦੇ ਵਿੱਚ ਤੇ ਗੁਰੂ ਵਿੱਚ ਕੋਈ ਭੇਦ ਨਾ ਰਵੇ। ਬਿਲਕੁਲ ਜੀ। ਅਸਲੀ ਸਿੱਖ ਉਹ ਨਹੀਂ, ਆ। ਉਹ ਤਾਂ ਗੁਰੂ ਸਾਹਿਬ ਨੇ ਕਹਿਤਾ ਤੁਸੀਂ ਮੇਰੇ ਦਰਸ਼ਨ ਕਰਨੇ ਆਪਣੇ ਸਰੂਪ ਚੋਂ ਕਰੇ ਪੂਰਨ ਹੋਵੇ। ਦੇਖੋ ਬੜੀਆਂ ਐਗਜ਼ਾਮਪਲਾਂ ਹੈ, ਪਰ ਆਪਾਂ ਇਸ ਅੱਧੇ ਘੰਟੇ ਦੇ ਪ੍ਰੋਗਰਾਮ ਵਿੱਚ ਹਾਂਜੀ। ਪੂਰੀਆਂ ਨਹੀਂ ਖੋਲ ਸਕਦੇ। ਇਹ ਤਾਂ ਤੁਸੀਂ ਤੁੰਦੇ ਪ੍ਰੋਗਰਾਮ ਚੱਲਦੇ ਰਹਿਣ, ਜਿਹੜੇ ਵੀਰ ਉਦੋਂ ਗਾਂ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ, ਗਾਂ ਦੇ ਵਿਚਾਰ ਸੁਣਨੇ ਚਾਹੁੰਦੇ ਆ, ਉਹਨਾਂ ਨੂੰ ਇਹ ਪ੍ਰੋਗਰਾਮ ਕੰਟੀਨਿਊ ਦੇਖਣੇ ਪੈਣਗੇ। ਬਿਲਕੁਲ, ਬਿਲਕੁਲ, ਉਹਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਬਿਲਕੁਲ, ਭਾਵ ਕਹਿਣ ਤੋਂ ਆ ਜਿਹੜਾ ਸਿੱਖਿਆ ਉਹ ਅਕਾਲ ਪੁਰਖ ਦਾ ਰੂਪ ਹੋ ਜਾਂਦਾ, ਬਿਲਕੁਲ। ਜਿਹੜਾ ਗੁਰੂ ਆ ਆਲਰੇਡੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਆ। ਤੇ ਜਿਹੜੇ ਸੰਸਾਰੀ ਤੌਰ ਤੇ ਗੱਲ ਆ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਤੋਂ ਬਾਅਦ ਜਾਂ ਬਾਟੇ ਦੇ ਵਿੱਚ ਜਿਹੜੀ ਸਾਡਾ ਸਾਰਾ ਕੁਝ ਇਕੱਤਰ ਕਰਕੇ ਸਾਨੂੰ ਦੱਸਿਆ ਕਿ ਤੁਸੀਂ ਇੱਕੋ ਹੀ ਆ ਤੇ ਇੱਕੋ ਦਾ ਤੁਸੀਂ ਰੂਪ ਹੈ। ਗੁਰੂ ਗੋਬਿੰਦ ਸਿੰਘ ਜੀ ਦੇ 14 ਜੰਗਾਂ ਲੜੀਆਂ, 14 ਵਿੱਚੋਂ ਜਿਹੜੀਆਂ 12 ਜੰਗਾਂ ਸੀਗੀਆਂ ਉਹ ਸਾਡੇ ਪਹਾੜੀ ਰਾਜਿਆਂ ਨਾਲ ਲੜੀਆਂ। ਮੈਂ ਚਾਹਦੇ ਜਿਹੜੇ ਪਹਾੜੀ ਰਾਜੇ ਸੀਗੇ ਉਹ ਸਾਰੇ ਦੇ ਸਾਰੇ ਆਪਣੇ ਨੂੰ ਰਾਜਪੂਤ ਹਿੰਦੂ ਕਹਿੰਦੇ ਸੀ। ਜਿਹੜਾ ਜ਼ਾਲਮ ਸੀਗਾ ਉਸ ਸਮੇਂ ਮੁਸਲਮਾਨ ਸੀ, ਜਿਹਦਾ ਉਹ ਸਾਥ ਦਿੰਦੇ ਸੀ ਤੇ ਸਾਥ ਇੱਥੇ ਤੱਕ ਦਿੰਦੇ ਸੀ ਕਿ ਉਹਨਾਂ ਲੜਾਈ ਕਰਨ ਤੋਂ ਪਹਿਲਾਂ ਆਪ ਆਉਂਦੇ ਸੀ ਤੇ ਗੁਰੂ ਸਾਹਿਬਾਂ ਨੂੰ ਉਹਨਾਂ ਨਾਲ ਲੜਨਾ ਪੈਂਦਾ ਸੀ। ਉਹਨਾਂ ਦੀ ਦੁਸ਼ਮਣੀ ਗੁਰੂ ਸਾਹਿਬ ਨਾਲ ਕੀ ਸੀ? ਗੁਰੂ ਸਾਹਿਬ ਦੀ ਦੁਸ਼ਮਣੀ ਤਾਂ ਔਰੰਗਜ਼ੇਬ ਨਾਲ ਸੀ, ਉਸ ਸਮੇਂ ਦੇ ਬਾਦਸ਼ਾਹ ਨਾਲ ਸੀ ਜਿਹੜਾ ਜਨਮ ਕਰਦਾ ਸੀ। ਪਰ ਪਹਾੜੀ ਰਾਜੇ ਨਾਲ ਗੁਰੂ ਗੋਬਿੰਦ ਸਿੰਘ ਦੀ ਕੀ ਦੁਸ਼ਮਣੀ ਸੀ? ਉਹਨਾਂ ਦੀ ਖਾਤਰ ਤਾਂ ਲੜਦੇ ਪਏ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਉਹਨਾਂ ਦੀ ਖਾਤਰ ਤਾਂ ਆਪਣਾ ਸੀਸ ਦਿੱਤਾ ਸੀ, ਕਿਉਂਕਿ ਉਹਦੇ ਮਜਲੂਮ ਸੀਗੇ। ਅੱਜ ਭਾਵੇਂ ਰਾਜੇ ਬਣ ਗਏ, ਉਦੋਂ ਮਜਲੂਮ ਬਣ ਕੇ ਆਏ ਸੀ। ਆਪਾਂ ਇਹ ਵੀ ਨਹੀਂ ਕਹਿੰਦੇ ਵੀ ਹਿੰਦੂਆਂ ਦੀ ਖਾਤਰ ਤੇ, ਆਪਾਂ ਇਹ ਕਹਿੰਦੇ ਉਹ ਮਜਲੂਮ ਬਣ ਕੇ ਆਏ, ਉਹਨਾਂ ਦੀ ਰੱਖਿਆ ਵਾਸਤੇ ਕੀਤਾ। ਪਰ ਅੱਜ ਉਹ ਰਾਜੇ ਜਿਹੜੇ ਸੀਗੇ ਉਹਨਾਂ ਦੀ ਦੁਸ਼ਮਣੀ ਕੀ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨਾਲ? ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਦੁਸ਼ਮਣੀ ਇਹ ਸੀਗੀ ਕਿ ਉਹ ਚਾਹੁੰਦੇ ਸੀ ਅਸੀਂ ਅੰਮ੍ਰਿਤ ਛਕ ਲਈਏ, ਪਰ ਉਹ ਇਹ ਨਹੀਂ ਸੀ ਚਾਹੁੰਦੇ ਕਿ ਜਿਹੜੀਆਂ ਦੂਸਰੀਆਂ ਜਾਤਾਂ ਜਾਂ ਨੀਵੀਆਂ ਜਾਤਾਂ ਅਸੀਂ ਉਹਨਾਂ ਦੇ ਨਾਲ ਬਹਿ ਕੇ ਅੰਮ੍ਰਿਤ ਛਕੀਏ। ਜੇ ਇੱਕੋ ਬਾਟੇ ਦੇ ਵਿੱਚ ਮਨੁਵਾਦ ਸੋਚ ਉਹਨਾਂ ਦੇ ਵਿੱਚ ਸੀ। ਉਹਨਾਂ ਦੇ ਵਿੱਚ ਸੋਚ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਉਹ ਸਿਧਾਂਤ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੀਗਾ ਏਕੇ ਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਕੋਈ ਫਰਕ ਨਹੀਂ ਸੀ, ਇੱਕੋ ਹੀ ਆਤਮਾ ਸੀ, ਇੱਕੋ ਹੀ ਰੂਹ ਸੀ ਜਿਹੜੀ 10 ਜਾਮਿਆਂ ਵਿੱਚ ਆਈ। ਜਿਹੜੇ ਕਈ ਵਾਰੀ ਅਸੀਂ ਕਹਿ ਲਈਏ 10 ਗੁਰੂ, ਸਾਡੇ 10 ਗੁਰੂ ਨਹੀਂ, ਇੱਕੋ ਹੀ ਗੁਰੂ ਆ, ਸ਼ਬਦ ਗੁਰੂ ਆ, ਠੀਕ ਆ। ਉਹ ਇੱਕੋ ਜੋਤ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਈ ਸੀ, ਏਕੇ ਦੇ ਉਹਨਾਂ ਨੇ ਉਪਦੇਸ਼ ਦਿੱਤਾ। ਉਸ ਏਕੇ ਨੂੰ ਇਸ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੇ ਇੱਕ ਦੀ ਗੱਲ ਆ ਤਾਂ ਉਹ ਏਕਾ ਹੀ ਰਹੂਗਾ, ਉੱਥੇ ਦੂਸਰਾ ਨਹੀਂ ਹੋ ਸਕਦਾ। ਜੇ ਗੁਰੂ ਗੋਬਿੰਦ ਸਿੰਘ ਜੀ ਅੱਜ ਦੀ ਸਿਆਸਤ ਦੇ ਹਿਸਾਬ ਨਾਲ ਚੱਲਦੇ ਵੀ ਬੰਦੇ ਸਾਡੇ ਨਾਲ ਜੁੜਦੇ ਆ, ਅਸੀਂ ਇਕੱਠੇ ਹੋ ਕੇ ਫੇਰ ਔਰੰਗਜ਼ੇਬ ਨਾਲ ਲੜ ਲੈਂਦੇ ਆ ਤੇ ਸਿਆਸਤ ਸਮਝੌਤਾ ਹੋ ਜਾਂਦਾ। ਪਰ ਗੁਰੂ ਗੋਬਿੰਦ ਸਿੰਘ ਦੀ ਸੋਚਣੀ ਇਹ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਏਕੇ ਦੇ ਨਾਲ ਜੁੜੇ ਸੀ ਤੇ ਸਾਨੂੰ ਵੀ ਏਕੇ ਦੇ ਨਾਲ ਜੋੜਨਾ ਚਾਹੁੰਦੇ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਉਹਨਾਂ ਪਹਾੜੀ ਰਾਜਿਆਂ ਦੇ ਨਾਲ ਜੁੱਧਾਂ ਲੜਾਈਆਂ ਕਰਨੀਆਂ ਮਜਬੂਰ ਕਰ ਲਈਆਂ। ਉਹਨਾਂ ਨਾਲ ਲੜੇ ਵੀ, 12 ਲੜਾਈਆਂ ਲੜੀਆਂ, ਪਰ ਇੱਕ ਦਾ ਜਿਹੜਾ ਮਿਸ਼ਨ ਸੀਗਾ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਦੇ ਉੱਤੇ ਲਿਆਂਦਾ ਸੀ, ਉਹਨੂੰ ਆਂਚ ਨਹੀਂ ਆਉਣ ਦਿੱਤੀ। ਉਹਨਾਂ ਨੇ ਕਿਹਾ ਤੁਸੀਂ ਅੰਮ੍ਰਿਤ ਛਕਣਾ ਛਕੋ, ਨਹੀਂ ਛਕਣਾ ਤੁਹਾਡੀ ਮਰਜ਼ੀ, ਪਰ ਜਿਹੜਾ ਬਾਟਾ ਆ ਉਹ ਇੱਕੋ ਹੀ ਹੋਊਗਾ ਤੇ ਉਹਦੇ ਵਿੱਚ ਕੋਈ ਭੇਦਭਾਵ ਨਹੀਂ ਹੋ ਸਕਦਾ। ਇੱਕ ਗੁਰੂ, ਇੱਕ ਸਿੱਖ ਤੇ ਇੱਕ ਅਕਾਲ ਪੁਰਖ ਤੇ ਇੱਕੋ ਹੀ ਪੰਥ, ਦੂਸਰੇ ਦੀ ਕੋਈ ਗੱਲ ਨਹੀਂ। ਇਸ ਚੀਜ਼ ਨੂੰ ਤੁਸੀਂ ਤਸਲੀਮ ਕਰਦੇ ਹੋ ਤੇ ਵੈਲਕਮ ਹੈ, ਜੇ ਨਹੀਂ ਤਸਲੀਮ ਕਰਦੇ ਤੇ ਯਾਰਨ ਦਾ ਸਾਥ ਦੇਣਾ ਉਹ ਤੁਹਾਡੀ ਸੋਚਣੀ ਆ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਗੁਰੂ ਗੋਬਿੰਦ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹਨਾਂ ਦੀ ਦੁਸ਼ਮਣ ਸੀਗੀ ਸਿਰਫ ਤੇ ਸਿਰਫ ਜਿਹੜੇ ਏਕੇ ਤੋਂ ਦੂਰ ਜਾ ਕੇ, ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਤੋਂ ਦੂਰ ਜਾ ਕੇ ਆਪਣੇ ਆਪ ਨੂੰ ਜਿਤਾਉਂਦੇ ਸੀ ਤੇ ਜ਼ੁਲਮ ਕਰਦੇ ਸੀ, ਪਾਪ ਕਰਦੇ ਸੀਗੇ। ਉਹਨਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਨੇ ਜੰਗ ਲੜੀ ਤੇ ਏਕੇ ਦੀ ਗੱਲ ਜੋ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਪਹਿਲੇ ਜਾਮੇ ਦੇ ਵਿੱਚ
10ਵੇਂ ਜਮੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਰੂਪ ਦੇ ਵਿੱਚ ਉਸ ਏਕੇ ਨੂੰ ਹੀ ਪ੍ਰਗਟ ਕੀਤਾ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਵੀ ਨਹੀਂ ਸਮਝੇ, ਅੱਜ ਵੀ ਭਟਕੇ ਫਿਰਦੇ ਆ। ਇਸ ਏਕੇ ਨੂੰ ਤੋੜਨ ਵਾਸਤੇ, ਇਸ ਏਕੇ ਨੂੰ ਭੰਗ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਤਰ੍ਹਾਂ ਦੇ ਕੀਤੇ ਜਾ ਰਹੇ, ਏਜੰਸੀਆਂ ਵੱਲੋਂ, ਦੂਸਰੇ ਲੋਕਾਂ ਵੱਲੋਂ, ਦੂਸਰੇ ਧਰਮਾਂ ਵੱਲੋਂ। ਪਰ ਜਿਸ ਬੰਦੇ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਆ, ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤਰਵਲੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗ ਭਜ ਕੇ ਨਾ। ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਜਨਮ 'ਚ ਮਿਲਣਾ, ਜਿਸ ਕਰਕੇ ਸਾਨੂੰ ਜਨਮ ਮਿਲਿਆ, ਤੇ ਉਹਨੂੰ ਏਕੇ ਦੇ ਨਾਲ ਜੁੜਨਾ ਪਊਗਾ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਐਪੀਸੋਡ ਆ, ਹੋ ਸਕਦਾ ਆਪ ਜੀ ਨੂੰ ਚੰਗਾ ਲੱਗੇ, ਅਗਰ ਕੋਈ ਚੰਗੀ ਨਾ ਲੱਗੇ ਤਾਂ ਆਸ ਦੀ ਝੋਲੀ ਵਿੱਚ ਪਾ ਦੇਣੀ। ਇਸ ਪ੍ਰੋਗਰਾਮ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।